ਦੋਸਤੋ ਤੁਹਾਡੇ ਆਪਣੇ YouTube ਚੈਨਲ ETT ਪੇਪਰ 2 ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਦੋਸਤੋ ਅੱਜ ਆਪਾਂ ETT ਪੇਪਰ ਸੈਕੰਡ ਦੀ ਤਿਆਰੀ ਦੇ ਲਈ ਸਾਇੰਸ ਸਬਜੈਕਟ ਦਾ ਟੌਪਿਕ ਰੀਪਰੋਡਕਸ਼ਨ ਇਨ ਆਰਗੇਨਿਜ਼ਮਸ ਪਾਰਟ 1 ਕਰਾਂਗੇ ਜੀ। ਦੋਸਤੋ ਜੇਕਰ ਤੁਸੀਂ ETT ਸੈਕੰਡ ਪੇਪਰ ਨਾਲ ਰਿਲੇਟਡ ਕੋਈ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਪਲੇਲਿਸਟ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਦੋਸਤੋ ਆਪਣਾ ਅੱਜ ਦਾ ਜੋ ਟੌਪਿਕ ਹੈ ਜੀਵਾਂ ਵਿੱਚ ਪ੍ਰਜਨਨ ਯਾਨੀ ਕਿ ਰੀਪਰੋਡਕਸ਼ਨ ਇਨ ਆਰਗੇਨਿਜ਼ਮਸ। ਦੋਸਤੋ ਜੋ ਪ੍ਰਜਨਨ ਹੁੰਦਾ ਹੈ ਇਹ ਦੋ ਪ੍ਰਕਾਰ ਦਾ ਹੁੰਦਾ ਹੈ, ਇੱਕ ਅਲਿੰਗੀ ਪ੍ਰਜਨਨ ਅਤੇ ਇੱਕ ਲਿੰਗੀ ਪ੍ਰਜਨਨ। ਜਿਹੜਾ ਅਲਿੰਗੀ ਪ੍ਰਜਨਨ ਹੁੰਦਾ ਹੈ ਜੀ, ਇਸ ਦੇ ਵਿੱਚ ਇੱਕ ਜੀਵ ਦੇ ਦੁਆਰਾ ਨਵੇਂ ਜੀਵ ਦੀ ਸਿਰਜਣਾ ਕੀਤੀ ਜਾਂਦੀ ਹੈ। ਜੋ ਲਿੰਗੀ ਪ੍ਰਜਨਨ ਹੁੰਦਾ ਹੈ ਜੀ, ਉਸ ਦੇ ਵਿੱਚ ਨਰ ਅਤੇ ਮਾਦਾ ਦੋਵੇਂ ਮਿਲ ਕੇ ਇੱਕ ਨਵੇਂ ਜੀਵ ਦੀ ਸਿਰਜਣਾ ਕਰਦੇ ਹਨ ਜੀ। ਇਸ ਤਰ੍ਹਾਂ ਦੋਸਤੋ ਜੋ ਪਾਰਟ 1 ਹੈ ਇਸ ਦੇ ਵਿੱਚ ਆਪਾਂ ਕੇਵਲ ਅਲਿੰਗੀ ਪ੍ਰਜਨਨ ਯਾਨੀ ਕਿ ਅਸੈਕਸ਼ੂਅਲ ਰੀਪਰੋਡਕਸ਼ਨ ਦੇ ਬਾਰੇ ਪੜ੍ਹਾਂਗੇ ਜੀ। ਨੈਕਸਟ ਪਾਰਟ ਦੇ ਵਿੱਚ ਆਪਾਂ ਲਿੰਗੀ ਪ੍ਰਜਨਨ ਬਾਰੇ ਪੜ੍ਹਾਂਗੇ। ਦੋਸਤੋ ਜੋ ਅਲਿੰਗੀ ਪ੍ਰਜਨਨ ਹੁੰਦਾ ਹੈ ਇਹ ਮੇਨਲੀ ਤੁਹਾਡੇ ਸਾਹਮਣੇ 7 ਪ੍ਰਕਾਰ ਦਾ ਹੁੰਦਾ ਹੈ ਜੀ। ਦੋ ਖੰਡਨ ਜਿਸ ਨੂੰ ਬਾਈਨਰੀ ਫਿਜ਼ਨ ਕਿਹਾ ਜਾਂਦਾ ਹੈ, ਬਹੁ ਖੰਡਨ ਯਾਨੀ ਕਿ ਮਲਟੀਪਲ ਫਿਜ਼ਨ, ਖੰਡ ਕਰਨਾ ਯਾਨੀ ਕਿ ਫਰੈਗਮੈਂਟੇਸ਼ਨ, ਪੁਨਰ ਜਨਨ ਰੀਜਨਰੇਸ਼ਨ ਬਡਿੰਗ। ਇਸ ਤੋਂ ਇਲਾਵਾ ਕਾਇਕ ਪ੍ਰਜਨਨ ਯਾਨੀ ਕਿ ਵੈਜੀਟੇਟਿਵ ਪ੍ਰੋਪੇਗੇਸ਼ਨ ਅਤੇ ਬੀਜਾਣੂ ਬਣਨਾ ਸਪੋਰ ਫਾਰਮੇਸ਼ਨ। ਦੋਸਤੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਆਪਾਂ ਇਸ ਦੇ ਨਾਲ ਰਿਲੇਟਡ ਵੈਰੀ ਇੰਪੋਰਟੈਂਟ MCQs ਕਰਾਂਗੇ ਅਤੇ ਨਾਲੋਂ ਨਾਲ ਇਹਨਾਂ ਨੂੰ ਐਕਸਪਲੇਨ ਵੀ ਕਰਾਂਗੇ ਜੀ। ਆਓ ਸ਼ੁਰੂ ਕਰਦੇ ਹਾਂ ਦੋਸਤੋ। ਆਪਣੀ ਜੋ ਪਹਿਲੀ ਜੋ ਪ੍ਰਜਨਨ ਵਿਧੀ ਹੈ ਜੀ ਉਹ ਹੈ ਦੋ ਖੰਡਨ ਯਾਨੀ ਕਿ ਬਾਈਨਰੀ ਫਿਜ਼ਨ। ਦੋਸਤੋ ਇਸ ਪ੍ਰਕਾਰ ਦਾ ਜੋ ਪ੍ਰਜਨਨ ਹੁੰਦਾ ਹੈ ਜੀ, ਇਸ ਦੇ ਵਿੱਚ ਇੱਕ ਸੈਲੀ ਜੀਵ ਹੈ ਜੋ ਉਹ ਦੋ ਸੈੱਲਾਂ ਦੇ ਵਿੱਚ ਵੰਡਿਆ ਜਾਂਦਾ ਹੈ। ਦੋ ਸੈਲੀ ਜੋ ਜੀਵ ਉਹਨਾਂ ਦੇ ਵਿੱਚ ਵੰਡਿਆ ਜਾਂਦਾ ਹੈ ਜੀ, ਜਿਵੇਂ ਕਿ ਅਮੀਬਾ, ਪੈਰਾਮੀਸ਼ੀਅਮ, ਲੇਸ਼ਮਾਨੀਆ, ਬੈਕਟੀਰੀਆ, ਪ੍ਰੋਟੋਜੋਆ। ਇਸ ਤਰ੍ਹਾਂ ਦੇ ਜਿਹੜੇ ਇਹ ਇੱਕ ਸੈਲੀ ਜੀਵ ਨੇ, ਜਦੋਂ ਇਹ ਨਵੇਂ ਜੀਵ ਦੀ ਸਿਰਜਣਾ ਕਰਦੇ ਨੇ ਜੀ ਤਾਂ ਹੌਲੀ ਹੌਲੀ ਇਹ ਦੋ ਸੈੱਲਾਂ ਦੇ ਵਿੱਚ ਵੰਡੇ ਜਾਂਦੇ ਨੇ। ਦੋਸਤੋ ਜਿਵੇਂ ਕਿ ਆਪਾਂ ਪਿਕਚਰ ਦੇ ਵਿੱਚ ਦੇਖ ਰਹੇ ਹਾਂ, ਜੋ ਅਮੀਬਾ ਦੀ ਪਿਕਚਰ ਹੈ ਜੀ ਇਸ ਦੇ ਵਿੱਚ ਦੋਸਤੋ ਸਟੇਜਸ ਦਿੱਤੀਆਂ ਗਈਆਂ ਨੇ, ਫਸਟ, ਸੈਕਿੰਡ, ਥਰਡ, ਫੋਰਥ। ਦੋਸਤੋ ਫਸਟ ਸਟੇਜ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਇਹ ਇੱਕ ਸੈੱਲ ਹੈ, ਇਹ ਹੌਲੀ ਹੌਲੀ ਡਿਵਾਈਡ ਹੋਣਾ ਸ਼ੁਰੂ ਹੋ ਗਿਆ ਹੈ। ਅਤੇ ਤੁਸੀਂ ਦੂਸਰੀ ਸਟੇਜ ਦੇ ਵਿੱਚ ਦੇਖ ਰਹੇ ਹੋ ਦੋਸਤੋ, ਇਸ ਤਰ੍ਹਾਂ ਤੀਸਰੀ ਸਟੇਜ ਦੇ ਵਿੱਚ ਇਹ ਤੁਸੀਂ ਦੇਖ ਰਹੇ ਹੋ ਦੋ ਸੈੱਲਾਂ ਦੇ ਵਿੱਚ ਹੌਲੀ ਹੌਲੀ ਇਹ ਡਿਵਾਈਡ ਹੋ ਰਿਹਾ ਹੈ। ਅਤੇ ਚੌਥੀ ਸਟੇਜ ਦੇ ਵਿੱਚ ਜਾ ਕੇ ਇਹ ਇਸ ਦੇ ਦੋ ਸੈੱਲ ਬਣ ਗਏ ਹਨ ਜੀ। ਇਹਨਾਂ ਦੇ ਜੋ ਕੇਂਦਰਕ ਨੇ ਜੀ ਉਹ ਵੀ ਅਲੱਗ-ਅਲੱਗ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਪੰਜਵੀਂ ਸਟੇਜ ਦੇ ਵਿੱਚ ਜਾ ਕੇ ਦੋਸਤੋ ਇਹ ਪੂਰੀ ਤਰ੍ਹਾਂ ਨਾਲ ਦੋ ਸੈੱਲਾਂ ਦੇ ਵਿੱਚ ਡਿਵਾਈਡ ਹੋ ਗਏ। ਇਸ ਤਰ੍ਹਾਂ ਇੱਕ ਨਵੇਂ ਜੀਵ ਦੀ ਸਿਰਜਣਾ ਹੋਈ ਹੈ, ਨਵੇਂ ਸੈੱਲ ਦੀ ਸਿਰਜਣਾ ਹੋ ਗਈ ਹੈ ਜੀ। ਇਸ ਤਰ੍ਹਾਂ ਦੋਸਤੋ ਇਸ ਪ੍ਰਕਾਰ ਦਾ ਜੋ ਖੰਡਨ ਹੈ, ਦੋ ਖੰਡਨ ਯਾਨੀ ਕਿ ਬਾਈਨਰੀ ਫਿਜ਼ਨ, ਇਹ ਆਮ ਤੌਰ 'ਤੇ ਇੱਕ ਸੈਲੀ ਜੀਵ ਨੇ ਜਿਹੜੇ ਅਮੀਬਾ, ਪੈਰਾਮੀਸ਼ੀਅਮ, ਲੇਸ਼ਮਾਨੀਆ, ਬੈਕਟੀਰੀਆ, ਪ੍ਰੋਟੋਜ਼ੋਆ ਇਸ ਤਰ੍ਹਾਂ ਦੇ ਜੀਵਾਂ ਦੇ ਵਿੱਚ ਪਾਇਆ ਜਾਂਦਾ ਹੈ। ਇਸ ਦੇ ਨਾਲ ਰਿਲੇਟਡ ਜੋ ਕੁਐਸਚਨਸ ਹਨ ਉਹ ਇਸ ਪ੍ਰਕਾਰ ਨੇ ਜੀ। ਦੋ ਖੰਡਨ ਯਾਨੀ ਕਿ ਬਾਈਨਰੀ ਫਿਜ਼ਨ ਪ੍ਰਜਨਨ ਦੁਆਰਾ ਜੀਵ ਕਿਸ ਵਿੱਚ ਵੰਡਿਆ ਜਾਂਦਾ ਹੈ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ, ਦੋ ਸੰਤਾਨ ਸੈੱਲਾਂ ਦੇ ਵਿੱਚ, ਟੂ ਡਾਟਰ ਸੈੱਲਸ ਦੇ ਵਿੱਚ ਵੰਡਿਆ ਜਾਂਦਾ ਹੈ ਜੀ। ਇਸ ਤਰ੍ਹਾਂ ਆਪਸ਼ਨ ਬੀ ਕਰੈਕਟ ਹੈ ਦੋਸਤੋ। ਆਪਣਾ ਨੈਕਸਟ ਕੁਐਸਚਨ ਹੈ ਜੀ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਜੀਵ ਦੋ ਖੰਡਨ ਦੁਆਰਾ ਪ੍ਰਜਨਨ ਯਾਨੀ ਕਿ ਰੀਪਰੋਡਕਸ਼ਨ ਨਹੀਂ ਕਰਦਾ? ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਸੀ, ਪਲਾਜ਼ਮੋਡੀਅਮ। ਪਲਾਜ਼ਮੋਡੀਅਮ ਜੀਵ ਹੈ ਜੋ ਇਸ ਦੇ ਵਿੱਚ ਇੱਕ ਸੈੱਲ ਤੋਂ ਬਹੁਤ ਸਾਰੇ ਸੈੱਲ ਜੋ ਨਵੇਂ ਸੈੱਲ ਨੇ ਜੀ ਉਹ ਪੈਦਾ ਹੁੰਦੇ ਨੇ। ਇਸ ਤਰ੍ਹਾਂ ਬਾਕੀ ਦੇ ਜੋ ਦੋਸਤੋ ਜੀਵ ਹਨ ਜਿਵੇਂ ਕਿ ਲੇਸ਼ਮਾਨੀਆ, ਪੈਰਾਮੀਸ਼ੀਅਮ, ਅਮੀਬਾ, ਇਹਨਾਂ ਦੇ ਵਿੱਚ ਦੋ ਖੰਡਨ ਪ੍ਰਜਨਨ ਵਿਧੀ ਵਾਪਰਦੀ ਹੈ। ਅਤੇ ਇਸ ਤਰ੍ਹਾਂ ਕੁਐਸਚਨ ਦੇ ਅਕੋਰਡਿੰਗ ਕਿਹੜਾ ਜੀਵ ਦੋ ਖੰਡਨ ਦੁਆਰਾ ਪ੍ਰਜਨਨ ਨਹੀਂ ਕਰਦਾ, ਤਾਂ ਉਹ ਪਲਾਜ਼ਮੋਡੀਅਮ ਹੈ ਜੀ। ਆਪਸ਼ਨ ਸੀ ਬਿਲਕੁਲ ਕਰੈਕਟ ਹੈ ਦੋਸਤੋ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਦੋਸਤੋ, ਪਲਾਜ਼ਮੋਡੀਅਮ ਹੈ ਜੀ, ਇਹ ਇੱਕ ਸੈੱਲ ਤੋਂ ਬਹੁਤ ਸਾਰੇ ਸੈੱਲ ਪੈਦਾ ਹੋ ਜਾਂਦੇ ਹਨ। ਇਸ ਨੂੰ ਮਲਟੀਪਲ ਫਿਜ਼ਨ ਕਿਹਾ ਜਾਂਦਾ ਹੈ ਜੀ। ਆਪਾਂ ਨੈਕਸਟ ਜੋ ਵਿਧੀ ਕਰਾਂਗੇ ਜੀ ਇਸ ਨਾਲ ਰਿਲੇਟਡ ਹੈ ਉਹ। ਦੋਸਤੋ ਇੱਥੇ ਇੱਕ ਨੋਟ ਕਰਨਯੋਗ ਪੁਆਇੰਟ ਹੈ, ਮਲੇਰੀਆ ਪਰਜੀਵੀ ਪਲਾਜ਼ਮੋਡੀਅਮ ਹੈ ਜਿਹੜਾ ਉਹ ਇੱਕ ਸੈਲੀ ਜੀਵ ਇੱਕੋ ਸਮੇਂ ਅਨੇਕ ਸੰਤਾਨ ਸੈੱਲਾਂ ਦੇ ਵਿੱਚ ਵੰਡਿਆ ਜਾਂਦਾ ਹੈ, ਜਿਸ ਨੂੰ ਬਹੁ ਖੰਡਨ ਯਾਨੀ ਕਿ ਮਲਟੀਪਲ ਫਿਜ਼ਨ ਕਿਹਾ ਜਾਂਦਾ ਹੈ। ਇਸ ਨੂੰ ਨੋਟ ਕਰ ਲੈਣਾ ਦੋਸਤੋ। ਆਪਣਾ ਨੈਕਸਟ ਕੁਐਸਚਨ ਹੈ ਜੀ, ਕਿਹੜੇ ਪ੍ਰੋਟੋਜ਼ੋਆ ਵਿੱਚ ਸੈੱਲ ਦੇ ਇੱਕ ਸਿਰੇ ਉੱਤੇ ਛਾਂਟੇ ਵਰਗੀ ਰਚਨਾ ਹੁੰਦੀ ਹੈ? ਕਿਹੜੇ ਪ੍ਰੋਟੋਜ਼ੋਆ ਵਿੱਚ ਸੈੱਲ ਦੇ ਇੱਕ ਸਿਰੇ ਉੱਤੇ ਛਾਂਟੇ ਵਰਗੀ ਰਚਨਾ ਹੁੰਦੀ ਹੈ? ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਬੀ, ਲੇਸ਼ਮਾਨੀਆ। ਦੋਸਤੋ ਲੇਸ਼ਮਾਨੀਆ ਇੱਕ ਤਰ੍ਹਾਂ ਦਾ ਜੀਵ ਹੁੰਦਾ ਹੈ ਜੀ, ਇਹ ਪ੍ਰੋਟੋਜ਼ੋਆ ਹੁੰਦਾ ਹੈ। ਇਸ ਦੇ ਸੈੱਲ ਦੇ ਇੱਕ ਸਿਰੇ 'ਤੇ ਛਾਂਟੇ ਵਰਗੀ ਰਚਨਾ ਹੁੰਦੀ ਹੈ ਜੀ, ਇੱਕ ਪ੍ਰਕਾਰ ਦੀ ਟੇਲ ਹੁੰਦੀ ਹੈ। ਇਸ ਤਰ੍ਹਾਂ ਆਪਸ਼ਨ ਬੀ ਬਿਲਕੁਲ ਕਰੈਕਟ ਹੈ ਦੋਸਤੋ।
ਨੈਕਸਟ ਕੁਐਸਚਨ ਲੈਂਦੇ ਹਾਂ ਜੀ, ਕਾਲਾ ਅਜ਼ਰ ਬਿਮਾਰੀ ਕਿਹੜੇ ਸੂਖਮ ਜੀਵ ਯਾਨੀ ਕਿ ਮਾਈਕਰੋ ਆਰਗੇਨਿਜ਼ਮ ਕਾਰਨ ਹੁੰਦੀ ਹੈ। ਵੈਰੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਕਾਲਾ ਅਜ਼ਰ ਨਾਮ ਦੀ ਬਿਮਾਰੀ ਹੈ ਕਿਹੜੇ ਸੂਖਮ ਜੀਵ ਦੇ ਕਰਕੇ ਹੁੰਦੀ ਹੈ ਜੀ। ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਲੇਸ਼ਮਾਨੀਆ। ਇਹ ਲੇਸ਼ਮਾਨੀਆ ਦੇ ਕਾਰਨ ਹੁੰਦੀ ਹੈ ਜੀ। ਲੇਸ਼ਮਾਨੀਆ ਪ੍ਰੋਟੋਜੋਆ ਦੇ ਕਾਰਨ ਕਾਲਾ ਅਜ਼ਰ ਨਾਮ ਦੀ ਬਿਮਾਰੀ ਹੁੰਦੀ ਹੈ। ਇਸ ਤਰ੍ਹਾਂ ਆਪਸ਼ਨ ਏ ਬਿਲਕੁਲ ਕਰੈਕਟ ਹੈ ਦੋਸਤੋ ਹੁਣ ਤੱਕ ਆਪਾਂ ਦੋ ਖੰਡਨ ਵਿਧੀ ਯਾਨੀ ਕਿ ਬਾਈਨਰੀ ਫਿਜ਼ਨ ਦੇ ਬਾਰੇ ਪੜ੍ਹਿਆ ਸੀ। ਬਾਈਨਰੀ ਫਿਜ਼ਨ ਦੇ ਵਿੱਚ ਅਮੀਬਾ, ਪੈਰਾਮੀਸ਼ੀਅਮ, ਲੇਸ਼ਮਾਨੀਆ, ਬੈਕਟੀਰੀਆ, ਇਸ ਤਰ੍ਹਾਂ ਦੇ ਜਿਹੜੇ ਇੱਕ ਸੈਲੀ ਜੀਵ ਨੇ ਉਹਨਾਂ ਦੇ ਵਿੱਚ ਇਹ ਪ੍ਰਜਨਨ ਵਿਧੀ ਵਾਪਰਦੀ ਹੈ। ਨੈਕਸਟ ਹੈ ਦੋਸਤੋ ਬਹੁ ਖੰਡਨ ਯਾਨੀ ਕਿ ਮਲਟੀਪਲ ਫਿਜ਼ਨ। ਮਲਟੀਪਲ ਫਿਜ਼ਨ ਦਾ ਕੀ ਮਤਲਬ ਹੈ ਜੀ। ਇਸ ਪ੍ਰਕਾਰ ਦੀ ਜੋ ਪ੍ਰਜਨਨ ਵਿਧੀ ਹੈ ਜੀ, ਇਸ ਦੇ ਵਿੱਚ ਇੱਕ ਸੈਲੀ ਜੀਵ ਕਈ ਸੈੱਲਾਂ ਦੇ ਵਿੱਚ ਵੰਡਿਆ ਜਾਂਦਾ ਹੈ ਦੋਸਤੋ। ਉਸ ਦੇ ਨਾਲੋਂ ਇਸ ਦੇ ਵਿੱਚ ਫਰਕ ਜੋ ਹੈ ਉਹ ਇਸ ਪ੍ਰਕਾਰ ਹੈ। ਜਿਹੜਾ ਬਹੁ ਖੰਡਨ ਹੈ ਇਸ ਦੇ ਵਿੱਚ ਇੱਕ ਸੈਲੀ ਜੀਵ ਹੈ ਜੋ ਬਹੁਤ ਸਾਰੇ ਸੈੱਲਾਂ ਦੇ ਵਿੱਚ ਵੰਡਿਆ ਜਾਂਦਾ ਹੈ, ਜਦੋਂ ਕਿ ਦੋ ਖੰਡਨ ਵਿਧੀ ਦੇ ਵਿੱਚ ਇੱਕ ਸੈਲੀ ਜੀਵ ਦੋ ਸੈੱਲਾਂ ਦੇ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਇਸ ਨੂੰ ਨੋਟ ਕਰ ਲੈਣਾ ਦੋਸਤੋ। ਜੋ ਬਹੁ ਖੰਡਨ ਹੈ ਉਸ ਦੇ ਵਿੱਚ ਮਲੇਰੀਆ ਪਰਜੀਵੀ, ਪਲਾਜ਼ਮੋਡੀਅਮ, ਇਸ ਪ੍ਰਕਾਰ ਦਾ ਜੋ ਜੀਵ ਹੁੰਦੇ ਹਨ ਇਹਨਾਂ ਦੇ ਵਿੱਚ ਬਹੁ ਖੰਡਨ ਵਿਧੀ ਅਪਣਾਈ ਜਾਂਦੀ ਹੈ। ਮਲਟੀਪਲ ਫਿਜ਼ਨ ਦੀ ਜੋ ਪ੍ਰਜਨਨ ਵਿਧੀ ਹੈ ਅਪਣਾਈ ਜਾਂਦੀ ਹੈ ਦੋਸਤੋ। ਇਸ ਦੇ ਨਾਲ ਜੋ ਰਿਲੇਟਡ ਕੁਐਸਚਨਸ ਹਨ ਉਹ ਇਸ ਪ੍ਰਕਾਰ ਨੇ ਜੀ। ਪਲਾਜ਼ਮੋਡੀਅਮ ਵਿੱਚ ਪ੍ਰਜਨਨ ਦੌਰਾਨ ਇੱਕ ਸੈੱਲ ਦਾ ਕਈ ਸੈੱਲਾਂ ਵਿੱਚ ਵਿਭਾਜਨ ਹੋਣ ਦੀ ਯੋਗਤਾ ਨੂੰ ਕੀ ਕਹਿੰਦੇ ਹਨ। ਇਸ ਦਾ ਸਹੀ ਉੱਤਰ ਹੈ ਜੀ ਆਪਸ਼ਨ ਬੀ ਬਹੁ ਖੰਡਨ ਯਾਨੀ ਕਿ ਮਲਟੀਪਲ ਫਿਜ਼ਨ। ਪਲਾਜ਼ਮੋਡੀਅਮ ਦੇ ਵਿੱਚ ਪ੍ਰਜਨਨ ਦੌਰਾਨ ਇੱਕ ਸੈੱਲ ਦਾ ਕਈ ਸੈੱਲਾਂ ਦੇ ਵਿੱਚ ਵੰਡਿਆ ਜਾਣਾ ਉਸ ਨੂੰ ਕੀ ਕਹਿੰਦੇ ਹਨ ਜੀ, ਬਹੁ ਖੰਡਨ ਕਹਿੰਦੇ ਹਨ, ਮਲਟੀਪਲ ਫਿਜ਼ਨ ਕਹਿੰਦੇ ਹਨ। ਜਿਵੇਂ ਕਿ ਤੁਸੀਂ ਦੋਸਤੋ ਪਿਕਚਰ ਦੇ ਵਿੱਚ ਦੇਖ ਰਹੇ ਹੋ, ਇਹ ਪਲਾਜ਼ਮੋਡੀਅਮ ਦੀ ਪਿਕਚਰ ਹੈ ਜੀ। ਇਸ ਦੇ ਵਿੱਚ ਦੋਸਤੋ ਇੱਕ ਸੈੱਲ ਕਾਫੀ ਸਾਰੇ ਸੈੱਲਾਂ ਦੇ ਵਿੱਚ ਵੰਡਿਆ ਗਿਆ ਹੈ। ਇਸ ਤਰ੍ਹਾਂ ਇਸ ਨੂੰ ਬਹੁ ਖੰਡਨ ਯਾਨੀ ਕਿ ਮਲਟੀਪਲ ਫਿਜ਼ਨ ਕਿਹਾ ਜਾਂਦਾ ਹੈ। ਆਪਣੀ ਜੋ ਨੈਕਸਟ ਪ੍ਰਜਨਨ ਵਿਧੀ ਹੈ ਜੀ ਉਹ ਹੈ ਖੰਡਨ ਕਰਨਾ ਜਾਂ ਫਿਰ ਖੰਡਨ। ਇਸ ਨੂੰ ਫਰੈਗਮੈਂਟੇਸ਼ਨ ਕਿਹਾ ਜਾਂਦਾ ਹੈ ਦੋਸਤੋ ਇਹ ਬਹੁਤ ਸੈਲੀ ਜੀਵਾਂ ਦੇ ਵਿੱਚ ਹੁੰਦੀ ਹੈ। ਸਰਲ ਰਚਨਾ ਵਾਲੇ ਯਾਨੀ ਕਿ ਜਿਨ੍ਹਾਂ ਦੀ ਜੋ ਬਾਡੀ ਦੀ ਸਰੀਰ ਦੀ ਸੰਰਚਨਾ ਹੈ ਉਹ ਸਰਲ ਹੋਵੇ, ਸਿੰਪਲ ਹੋਵੇ, ਉਹਨਾਂ ਦੇ ਵਿੱਚ ਇਹ ਵਾਪਰਦੀ ਹੈ। ਇਸ ਪ੍ਰਕਾਰ ਦੀ ਜੋ ਪ੍ਰਜਨਨ ਵਿਧੀ ਹੈ ਜੀ ਇਸ ਦੇ ਵਿੱਚ ਬਹੁਤ ਸੈਲੀ ਜੀਵ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਦੋਸਤੋ। ਉਦਾਹਰਨ ਦੇ ਤੌਰ 'ਤੇ ਸਪਾਇਰੋਗਾਇਰਾ ਯਾਨੀ ਕਿ ਕਾਈ, ਸਮੁੰਦਰੀ ਐਨੀਮੋਨ, ਇਸ ਤਰ੍ਹਾਂ ਦੇ ਜਿਹੜੇ ਜੀਵ ਨੇ ਜੀ ਇਹਨਾਂ ਦੇ ਵਿੱਚ ਇਹ ਫਰੈਗਮੈਂਟੇਸ਼ਨ ਅਲਿੰਗੀ ਪ੍ਰਜਨਨ ਵਾਪਰਦਾ ਹੈ। ਇਸ ਦੇ ਨਾਲ ਜੋ ਰਿਲੇਟਡ ਕੁਐਸਚਨਸ ਇਸ ਪ੍ਰਕਾਰ ਨੇ ਦੋਸਤੋ। ਕਿਹੜੇ ਜੀਵ ਖੰਡਨ ਯਾਨੀ ਕਿ ਫਰੈਗਮੈਂਟੇਸ਼ਨ ਰਾਹੀਂ ਪ੍ਰਜਨਨ ਕਰਦੇ ਹਨ। ਜਿਵੇਂ ਕਿ ਦੋਸਤੋ ਆਪਾਂ ਪੜ੍ਹ ਚੁੱਕੇ ਹਾਂ, ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਸਪਾਇਰੋਗਾਇਰਾ ਅਤੇ ਸਮੁੰਦਰੀ ਐਨੀਮੋਨ। ਸਪਾਇਰੋਗਾਇਰਾ ਅਤੇ ਸਮੁੰਦਰੀ ਐਨੀਮੋਨ ਹਨ ਜੋ ਇਹਨਾਂ ਦੇ ਵਿੱਚ ਫਰੈਗਮੈਂਟੇਸ਼ਨ ਪ੍ਰਜਨਨ ਹੁੰਦਾ ਹੈ ਜੀ। ਖੰਡਨ ਪ੍ਰਜਨਨ ਵਿਧੀ ਅਪਣਾਈ ਜਾਂਦੀ ਹੈ ਦੋਸਤੋ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ, ਇਹ ਐਲਗੀ ਦੀ ਪਿਕਚਰ ਹੈ ਜੀ। ਤਲਾਬ ਦੇ ਵਿੱਚ ਜੋ ਐਲਗੀ ਹੁੰਦੀ ਹੈ ਇਸ ਦੇ ਵਿੱਚ ਇਹ ਜੋ ਫਰੈਗਮੈਂਟੇਸ਼ਨ ਹੈ ਪ੍ਰਜਨਨ ਕਿਰਿਆ ਇਹ ਅਪਣਾਈ ਜਾਂਦੀ ਹੈ। ਆਪਣੀ ਜੋ ਨੈਕਸਟ ਪ੍ਰਜਨਨ ਵਿਧੀ ਹੈ ਜੀ ਉਹ ਹੈ ਪੁਨਰ ਜਨਨ ਯਾਨੀ ਕਿ ਰੀਜਨਰੇਸ਼ਨ ਦੋਸਤੋ। ਇਸ ਦੇ ਵਿੱਚ ਇਸ ਪ੍ਰਕਾਰ ਦੀ ਜੋ ਪ੍ਰਜਨਨ ਵਿਧੀ ਹੈ ਇਸ ਦੇ ਵਿੱਚ ਕੋਈ ਵੀ ਜੀਵ ਕਿਸੇ ਕਾਰਨ ਬਹੁਤ ਸਾਰੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ ਜਾਂ ਕੱਟਿਆ ਜਾਂਦਾ ਹੈ ਤਾਂ ਇਸ ਦੇ ਬਹੁਤ ਸਾਰੇ ਟੁਕੜੇ ਵਾਧਾ ਕਰਕੇ ਨਵੇਂ ਜੀਵਾਂ ਵਿੱਚ ਵਿਕਸਿਤ ਹੋ ਜਾਂਦੇ ਨੇ, ਜਿਵੇਂ ਕਿ ਹਾਈਡਰਾ, ਪਲੈਨੇਰੀਆ। ਜਿਵੇਂ ਕਿ ਦੋਸਤੋ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ, ਜੋ ਇਹ ਪਲੈਨੇਰੀਆ ਦੀ ਪਿਕਚਰ ਹੈ ਜੀ। ਇਸ ਦੇ ਵਿੱਚ ਦੋਸਤੋ ਇਸ ਦੇ ਸਰੀਰ ਦੇ ਟੁਕੜੇ ਹੋਣ ਤੋਂ ਬਾਅਦ ਜੋ ਸੁਤੰਤਰ ਰੂਪ ਦੇ ਵਿੱਚ ਨਵੇਂ ਜੀਵ ਦੀ ਸਿਰਜਣਾ ਹੋਈ ਹੈ, ਤੁਸੀਂ ਦੇਖ ਰਹੇ ਹੋ ਦੋਸਤੋ ਪਿਕਚਰ ਦੇ ਵਿੱਚ। ਇਸ ਤਰ੍ਹਾਂ ਦੀ ਜੋ ਪ੍ਰਜਨਨ ਵਿਧੀ ਹੈ ਇਸ ਨੂੰ ਰੀਜਨਰੇਸ਼ਨ ਯਾਨੀ ਕਿ ਪੁਨਰ ਜਨਨ ਕਿਹਾ ਜਾਂਦਾ ਹੈ। ਇਹ ਹਾਈਡਰਾ ਅਤੇ ਪਲੇਨੇਰੀਆ ਜਿਹੇ ਜੀਵਾਂ ਦੇ ਵਿੱਚ ਪਾਈ ਜਾਂਦੀ ਹੈ। ਇਸ ਨੂੰ ਨੋਟ ਕਰ ਲੈਣਾ ਜੀ। ਇਸ ਦੇ ਨਾਲ ਜੋ ਰਿਲੇਟਡ ਕੁਐਸਚਨਸ ਹਨ ਉਹ ਇਸ ਪ੍ਰਕਾਰ ਨੇ ਜੀ। ਕਿਹੜੇ ਦੋ ਜੀਵ ਆਪਣੇ ਸਰੀਰ ਦੇ ਟੁਕੜਿਆਂ ਤੋਂ ਪੁਨਰ ਜਨਨ ਕਰ ਸਕਦੇ ਹਨ। ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਡੀ ਹਾਈਡਰਾ ਅਤੇ ਪਲੇਨੇਰੀਆ। ਹਾਈਡਰਾ ਅਤੇ ਪਲੇਨੇਰੀਆ ਜੀਵ ਆਪਣੇ ਸਰੀਰ ਦੇ ਟੁਕੜਿਆਂ ਤੋਂ ਪੁਨਰ ਜਨਨ ਯਾਨੀ ਕਿ ਰੀਜਨਰੇਸ਼ਨ ਕਰ ਸਕਦੇ ਹਨ। ਇਸ ਤਰ੍ਹਾਂ ਆਪਸ਼ਨ ਡੀ ਕਰੈਕਟ ਹੈ ਦੋਸਤੋ। ਆਪਣੀ ਜੋ ਨੈਕਸਟ ਪ੍ਰਜਨਨ ਵਿਧੀ ਹੈ ਜੀ ਉਹ ਹੈ ਬਡਿੰਗ ਦੋਸਤੋ। ਇਸ ਵੀਡੀਓ ਦੇ ਵਿੱਚ ਆਪਾਂ ਫਸਟ ਪਾਰਟ ਦੇ ਵਿੱਚ ਜੋ ਪ੍ਰਜਨਨ ਵਿਧੀ ਹੈ ਜੀ ਉਹ ਅਲਿੰਗੀ ਪ੍ਰਜਨਨ ਵਿਧੀ ਹੈ, ਉਸ ਦੀਆਂ ਜੋ ਅੱਗੇ ਉਪਵਿਧੀਆਂ ਹਨ ਆਪਾਂ ਉਹਨਾਂ ਦੇ ਬਾਰੇ ਪੜ੍ਹ ਰਹੇ ਹਾਂ। ਇਸ ਤਰ੍ਹਾਂ ਜੋ ਨੈਕਸਟ ਆਪਣੀ ਉਪਵਿਧੀ ਹੈ ਜੀ ਪ੍ਰਜਨਨ ਦੀ ਉਹ ਹੈ ਬਡਿੰਗ।
इस प्रजनन विधि ਵਿੱਚ ਜੀਵ ਦੇ ਸਰੀਰ ਦੇ ਇੱਕ ਸਥਾਨ ਉੱਤੇ ਉਭਾਰ ਜਿਹਾ ਵਿਕਸਿਤ ਹੋ ਜਾਂਦਾ ਹੈ। ਦੋਸਤੋ ਜਿਵੇਂ ਕਿ ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਜੀ, ਇਸ ਦੇ ਵਿੱਚ ਜੀਵ ਦੇ ਸਰੀਰ ਦੇ ਉੱਪਰ ਬਡ ਨਿਕਲ ਆਉਂਦੀ ਹੈ, ਜਿਸ ਨੂੰ ਆਪਾਂ ਕਲੀ ਵੀ ਕਹਿੰਦੇ ਹਾਂ। ਇਹ ਕਲੀ ਵਾਧਾ ਕਰਦੀ ਹੋਈ ਨਵੇਂ ਜੀਵ ਵਿੱਚ ਬਦਲ ਜਾਂਦੀ ਹੈ। ਉਸ ਤੋਂ ਬਾਅਦ ਪਿੱਤਰ ਸਰੀਰ ਤੋਂ ਯਾਨੀ ਕਿ ਪੇਰੈਂਟ ਬੋਡੀ ਤੋਂ ਇਹ ਅਲੱਗ ਹੋ ਕੇ ਇੱਕ ਨਵੇਂ ਸੁਤੰਤਰ ਜੀਵ ਦੀ ਸਿਰਜਣਾ ਕਰਦੀ ਹੈ ਜੀ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਦੋਸਤੋ, ਇਹ ਹਾਈਡਰਾ ਦੀ ਪਿਕਚਰ ਹੈ। ਹਾਈਡਰਾ ਦੀ ਬੋਡੀ ਦੇ ਉੱਪਰ ਇੱਕ ਸਥਾਨ 'ਤੇ ਇੱਕ ਕਲੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਜੀ। ਹੌਲੀ ਹੌਲੀ ਇਹ ਵੱਡੀ ਹੁੰਦੀ ਹੈ ਅਤੇ ਡਿਵੈਲਪ ਹੋਣ ਤੋਂ ਬਾਅਦ ਜੀ ਇਹ ਇਸ ਤੋਂ ਅਲੱਗ ਹੋ ਜਾਂਦੀ ਹੈ, ਸੁਤੰਤਰ ਜੀਵ ਦੀ ਸਿਰਜਣਾ ਕਰ ਲੈਂਦੀ ਹੈ। ਇਸ ਤਰ੍ਹਾਂ ਦੋਸਤੋ ਇਸ ਪ੍ਰਕਾਰ ਦੀ ਜੋ ਪ੍ਰਜਨਨ ਕਿਰਿਆ ਹੈ ਉਸ ਨੂੰ ਬਡਿੰਗ ਕਿਹਾ ਜਾਂਦਾ ਹੈ। ਇਸ ਦੀਆਂ ਉਦਾਹਰਨਾਂ ਹਨ ਜੀ ਹਾਈਡਰਾ, ਖਮੀਰ, ਕੋਰਲ, ਸਪੰਜ। ਇਸ ਤਰ੍ਹਾਂ ਦੇ ਜੀਵ ਨੇ ਜੋ ਇਹਨਾਂ ਦੇ ਵਿੱਚ ਬਡਿੰਗ ਦਾ ਪ੍ਰਜਨਨ ਹੈ ਜੋ ਪਾਇਆ ਜਾਂਦਾ ਹੈ। ਆਪਣਾ ਨੈਕਸਟ ਜੋ ਇਸ ਦੇ ਨਾਲ ਰਿਲੇਟਡ ਕੁਐਸਚਨ ਹੈ ਜੀ ਉਹ ਇਸ ਪ੍ਰਕਾਰ ਹੈ, ਖਮੀਰ ਵਿੱਚ ਕਿਸ ਵਿਧੀ ਰਾਹੀਂ ਪ੍ਰਜਨਨ ਹੁੰਦਾ ਹੈ। ਦੋਸਤੋ ਜਿਵੇਂ ਕਿ ਆਪਾਂ ਪੜ੍ਹ ਚੁੱਕੇ ਹਾਂ, ਖਮੀਰ ਦੇ ਵਿੱਚ ਬਡਿੰਗ ਵਿਧੀ ਦੇ ਰਾਹੀਂ ਪ੍ਰਜਨਨ ਹੁੰਦਾ ਹੈ। ਇਸ ਤਰ੍ਹਾਂ ਆਪਸ਼ਨ ਏ ਬਿਲਕੁਲ ਕਰੈਕਟ ਹੈ ਦੋਸਤੋ। ਯੀਸਟ ਦੇ ਵਿੱਚ ਪ੍ਰਜਨਨ ਜੋ ਹੁੰਦਾ ਹੈ ਉਹ ਬਡਿੰਗ ਵਿਧੀ ਦੇ ਰਾਹੀਂ ਹੁੰਦਾ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਦੋਸਤੋ, ਕਿਹੜਾ ਜੀਵ ਬਡਿੰਗ ਦੁਆਰਾ ਪ੍ਰਜਨਨ ਨਹੀਂ ਕਰਦਾ। ਕਿਹੜਾ ਜੀਵ ਬਡਿੰਗ ਦੁਆਰਾ ਰੀਪਰੋਡਕਸ਼ਨ ਨਹੀਂ ਕਰਦਾ। ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਪਲੈਨੇਰੀਆ। ਦੋਸਤੋ ਪਲੈਨੇਰੀਆ ਦੇ ਵਿੱਚ ਜੋ ਪੁਨਰ ਜਨਮ ਦੀ ਵਿਧੀ ਅਪਣਾਈ ਜਾਂਦੀ ਹੈ, ਰੀਜਨਰੇਸ਼ਨ ਦੀ ਵਿਧੀ ਅਪਣਾਈ ਜਾਂਦੀ ਹੈ, ਆਪਾਂ ਪੜ੍ਹ ਚੁੱਕੇ ਹਾਂ ਜੀ। ਬਾਕੀ ਦੇ ਜੋ ਜੀਵ ਹਨ ਜਿਵੇਂ ਕਿ ਖਮੀਰ, ਸਪੰਜ, ਹਾਈਡਰਾ, ਇਹਨਾਂ ਦੇ ਵਿੱਚ ਪ੍ਰਜਨਨ ਦੀ ਜੋ ਬਡਿੰਗ ਵਿਧੀ ਅਪਣਾਈ ਜਾਂਦੀ ਹੈ। ਇਸ ਤਰ੍ਹਾਂ ਆਪਣੀ ਆਪਸ਼ਨ ਏ ਬਿਲਕੁਲ ਕਰੈਕਟ ਹੈ ਦੋਸਤੋ। ਆਪਣਾ ਨੈਕਸਟ ਕੁਐਸਚਨ ਹੈ ਜੀ, ਵੈਰੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ, ਕਿਹੜਾ ਜੀਵ ਅਲਿੰਗੀ ਪ੍ਰਜਨਨ ਦੀਆਂ ਦੋਵੇਂ ਵਿਧੀਆਂ ਯਾਨੀ ਕਿ ਪੁਨਰ ਜਨਨ ਅਤੇ ਬਡਿੰਗ ਰਾਹੀਂ ਪ੍ਰਜਨਨ ਕਰਦਾ ਹੈ। ਕਿਹੜਾ ਜੀਵ ਹੈ ਜੋ ਦੋਨੋਂ ਵਿਧੀਆਂ ਦੀ ਵਰਤੋਂ ਕਰਦਾ ਹੈ ਜੀ ਪ੍ਰਜਨਨ ਦੇ ਲਈ, ਰੀਜਨਰੇਸ਼ਨ ਅਤੇ ਬਡਿੰਗ। ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਹਾਈਡਰਾ। ਜਿਵੇਂ ਕਿ ਦੋਸਤੋ ਆਪਾਂ ਪੜ੍ਹ ਚੁੱਕੇ ਹਾਂ, ਹਾਈਡਰਾ ਦੋਵੇਂ ਪ੍ਰਕਾਰ ਦਾ ਪ੍ਰਜਨਨ ਕਰ ਸਕਦਾ ਹੈ ਜੀ, ਪੁਨਰ ਜਨਨ ਵੀ ਅਤੇ ਬਡਿੰਗ ਵੀ। ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਦੋਸਤੋ ਜੇਕਰ ਵੀਡੀਓ ਵਧੀਆ ਲੱਗ ਰਹੀ ਹੋਵੇ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਆਪਣੀ ਜੋ ਨੈਕਸਟ ਪ੍ਰਜਨਨ ਵਿਧੀ ਹੈ ਜੀ ਵੈਰੀ ਇੰਪੋਰਟੈਂਟ ਹੈ ਦੋਸਤੋ, ਕਾਇਕ ਪ੍ਰਜਨਨ, ਜਿਸ ਨੂੰ ਵੈਜੀਟੇਟਿਵ ਪ੍ਰੋਪੇਗੇਸ਼ਨ ਕਿਹਾ ਜਾਂਦਾ ਹੈ ਜੀ। ਦੋਸਤੋ ਕੁਝ ਪੌਦੇ ਜਿਵੇਂ ਕਿ ਉਹਨਾਂ ਦੇ ਜੋ ਅੰਗ ਹੁੰਦੇ ਹਨ, ਜੜ, ਤਣਾ, ਪੱਤੇ, ਇਹਨਾਂ ਤੋਂ ਨਵੇਂ ਪੌਦੇ ਪੈਦਾ ਹੁੰਦੇ ਹਨ। ਇਸ ਨੂੰ ਕਾਇਕ ਪ੍ਰਜਨਨ ਯਾਨੀ ਕਿ ਵੈਜੀਟੇਟਿਵ ਪ੍ਰੋਪੇਗੇਸ਼ਨ ਕਿਹਾ ਜਾਂਦਾ ਹੈ। ਅੱਗੇ ਇਸ ਦੀਆਂ 3 ਤਕਨੀਕਸ ਹਨ ਜੀ, ਕਲਮ ਲਗਾਉਣਾ ਯਾਨੀ ਕਿ ਕਟਿੰਗ, ਦਾਬ ਲਗਾਉਣਾ ਲੇਅਰਿੰਗ ਅਤੇ ਪਿਉਂਦ ਲਗਾਉਣਾ ਗ੍ਰਾਫਟਿੰਗ। ਦੋਸਤੋ ਇਹ ਜੋ ਮੇਨਲੀ ਜੋ ਕਾਇਕ ਪ੍ਰਜਨਨ ਦੀ ਵਿਧੀ ਹੈ ਇਹ ਉਹਨਾਂ ਪੌਦਿਆਂ ਦੇ ਵਿੱਚ ਹੁੰਦੀ ਹੈ ਜਿਹੜੇ ਪੌਦਿਆਂ ਦੇ ਜੋ ਬੀਜਾਂ ਤੋਂ ਉਹ ਉੱਗਣ ਦੇ ਵਿੱਚ ਜ਼ਿਆਦਾ ਸਮਾਂ ਲੈਂਦੇ ਨੇ। ਇਸ ਤਰ੍ਹਾਂ ਕਾਇਕ ਪ੍ਰਜਨਨ ਦੇ ਰਾਹੀਂ ਉਹਨਾਂ ਦੇ ਜੋ ਜੜ, ਤਣਾ ਜਾਂ ਪੱਤੇ ਹਨ ਉਹਨਾਂ ਤੋਂ ਨਵੇਂ ਪੌਦੇ ਤਿਆਰ ਹੋ ਜਾਂਦੇ ਨੇ, ਕਲਮ ਲਗਾ ਕੇ ਜਾਂ ਫਿਰ ਦਾਬ ਲਗਾ ਕੇ ਜਾਂ ਫਿਰ ਪਿਉਂਦ ਲਗਾ ਕੇ। ਇਸ ਤਰ੍ਹਾਂ ਉਹਨਾਂ ਦੇ ਫੁੱਲ ਜੋ ਫਲ ਹਨ ਜੋ ਜਲਦੀ ਆ ਜਾਂਦੇ ਨੇ ਜੀ। ਗੰਨਾ, ਗੁਲਾਬ, ਪੱਥਰ ਚੱਟ, ਆਲੂ, ਅੰਗੂਰ, ਮਨੀ ਪਲਾਂਟ, ਇਸ ਤਰ੍ਹਾਂ ਦੇ ਪੌਦਿਆਂ ਦੇ ਵਿੱਚ ਇਹ ਕਾਇਕ ਪ੍ਰਜਨਨ ਵਿਧੀ ਹੈ ਜੋ ਅਪਣਾਈ ਜਾਂਦੀ ਹੈ। ਇਸ ਦੇ ਨਾਲ ਜੋ ਰਿਲੇਟਡ ਕੁਐਸਚਨਸ ਹਨ ਉਹ ਇਸ ਪ੍ਰਕਾਰ ਨੇ ਜੀ, ਕਾਇਕ ਪ੍ਰਜਨਨ ਰਾਹੀਂ ਪਿੱਤਰ ਪੌਦੇ ਦੇ ਕਿਹੜੇ ਅੰਗ ਤੋਂ ਨਵੇਂ ਪੌਦੇ ਪੈਦਾ ਹੁੰਦੇ ਹਨ। ਕਾਇਕ ਪ੍ਰਜਨਨ ਵਿਧੀ ਦੇ ਵਿੱਚ ਪਿੱਤਰ ਪੌਦਾ ਯਾਨੀ ਕਿ ਪੇਰੈਂਟ ਪਲਾਂਟ ਹੈ ਜੋ ਉਸ ਦੇ ਕਿਹੜੇ ਅੰਗ ਤੋਂ ਨਵੇਂ ਪੌਦੇ ਪੈਦਾ ਹੁੰਦੇ ਹਨ ਜੀ। ਆਪਣੀ ਆਪਸ਼ਨ ਸੀ ਕਰੈਕਟ ਹੈ ਦੋਸਤੋ, ਤਣਾ, ਜੜ, ਪੱਤੇ ਜੋ ਪੌਦੇ ਦੇ ਅੰਗ ਨੇ ਇਹਨਾਂ ਤੋਂ ਨਵੇਂ ਪੌਦੇ ਪੈਦਾ ਹੁੰਦੇ ਹਨ ਜੀ। ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਦੋਸਤੋ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਦੋਸਤੋ, ਇਹ ਪੱਥਰ ਚੱਟ ਦਾ ਪੱਤਾ ਹੈ, ਇਸ ਦੇ ਸਿਰੇ ਦੇ ਉੱਪਰ ਬਹੁਤ ਸਾਰੇ ਛੋਟੇ ਛੋਟੇ ਨਵੇਂ ਪੌਦੇ ਉੱਗ ਆਏ ਹਨ। ਇਸ ਤਰ੍ਹਾਂ ਇਸ ਤੋਂ ਅਲੱਗ ਹੋ ਕੇ ਇਹ ਹੌਲੀ ਹੌਲੀ ਇੱਕ ਨਵੇਂ ਪੌਦੇ ਦੀ ਸਿਰਜਣਾ ਕਰ ਲੈਣਗੇ ਜੀ। ਬ੍ਰਾਇਓਫਾਈਲਮ ਯਾਨੀ ਕਿ ਪੱਥਰ ਚੱਟ ਦਾ ਜੋ ਪੌਦਾ ਹੈ ਇਸ ਤਰ੍ਹਾਂ ਪ੍ਰਜਨਨ ਦੀ ਕਿਰਿਆ ਹੈ ਜੋ ਕਰਦਾ ਹੈ ਜੀ। ਕਾਇਕ ਪ੍ਰਜਨਨ ਰਾਹੀਂ ਪਿੱਤਰ ਪੌਦੇ ਦੇ ਜੋ ਅੰਗ ਨੇ ਜੀ, ਤਣਾ, ਜੜ, ਪੱਤੇ, ਇਹਨਾਂ ਤੋਂ ਨਵੇਂ ਪੌਦੇ ਪੈਦਾ ਹੁੰਦੇ ਨੇ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਕਿਸ ਵਿਧੀ ਰਾਹੀਂ ਉਗਾਏ ਗਏ ਪੌਦਿਆਂ ਵਿੱਚ ਫੁੱਲ ਅਤੇ ਫਲ ਘੱਟ ਸਮੇਂ ਵਿੱਚ ਹੀ ਆ ਜਾਂਦੇ ਹਨ। ਇਸ ਦਾ ਸਹੀ ਉੱਤਰ ਹੈ ਜੀ ਆਪਸ਼ਨ ਬੀ ਕਾਇਕ ਪ੍ਰਜਨਨ ਵੈਜੀਟੇਟਿਵ ਪ੍ਰੋਪੇਗੇਸ਼ਨ ਵਿਧੀ ਦੇ ਰਾਹੀਂ ਉਗਾਏ ਗਏ ਪੌਦਿਆਂ ਦੇ ਵਿੱਚ ਫੁੱਲ ਅਤੇ ਫਲ ਘੱਟ ਸਮੇਂ ਵਿੱਚ ਆ ਜਾਂਦੇ ਨੇ ਜੀ। ਇਸ ਤਰ੍ਹਾਂ ਆਪਸ਼ਨ ਬੀ ਕਰੈਕਟ ਹੈ ਦੋਸਤੋ। ਆਪਣਾ ਨੈਕਸਟ ਕੁਐਸਚਨ ਹੈ ਜੀ, ਗੁਲਾਬ ਅਤੇ ਗੰਨੇ ਵਿੱਚ ਕਾਇਕ ਪ੍ਰਜਨਨ ਕਿਸ ਵਿਧੀ ਰਾਹੀਂ ਹੁੰਦਾ ਹੈ।
ਗੁਲਾਬ ਅਤੇ ਗੰਨੇ ਦੇ ਵਿੱਚ ਜੋ ਕਾਇਕ ਪ੍ਰਜਨਨ ਹੁੰਦਾ ਹੈ ਜੀ, ਉਸ ਦੇ ਵਿੱਚ ਕਿਹੜੀ ਟੈਕਨੀਕ ਹੈ ਜੋ ਵਰਤੀ ਜਾਂਦੀ ਹੈ? ਇਸ ਦਾ ਰਾਈਟ ਆਂਸਰ ਹੈ ਦੋਸਤੋ ਆਪਸ਼ਨ ਏ ਕਲਮ ਲਗਾਉਣੀ ਯਾਨੀ ਕਿ ਕਟਿੰਗ। ਅੱਗੇ ਜੋ ਇਸ ਦੀ ਟੈਕਨੀਕ ਹੈ ਜੀ ਕਾਇਕ ਪ੍ਰਜਨਨ ਦੀ, ਉਹ ਇਹ ਵਰਤੀ ਜਾਂਦੀ ਹੈ ਗੁਲਾਬ ਅਤੇ ਗੰਨੇ ਦੇ ਵਿੱਚ। ਇਸ ਤਰ੍ਹਾਂ ਆਪਸ਼ਨ ਏ ਕਰੈਕਟ ਹੈ ਦੋਸਤੋ। ਆਪਣੀ ਜੋ ਲਾਸਟ ਅਲਿੰਗੀ ਪ੍ਰਜਨਨ ਵਿਧੀ ਹੈ ਜੀ, ਉਹ ਹੈ ਬੀਜਾਣੂ ਬਣਨਾ ਯਾਨੀ ਕਿ ਸਪੋਰ ਫਾਰਮੇਸ਼ਨ। ਦੋਸਤੋ ਇਹ ਜੋ ਪ੍ਰਜਨਨ ਵਿਧੀ ਹੈ, ਇਸ ਦੇ ਵਿੱਚ ਇਹ ਬਹੁਤ ਸੈਲੀ ਜੀਵਾਂ ਦੇ ਵਿੱਚ ਪਾਈ ਜਾਂਦੀ ਹੈ, ਜਿਵੇਂ ਕਿ ਰਾਈਜ਼ੋਪਸ, ਇਹ ਇੱਕ ਪ੍ਰਕਾਰ ਦੀ ਉੱਲੀ ਹੁੰਦੀ ਹੈ ਜੀ। ਦੋਸਤੋ ਜਿਵੇਂ ਜਦੋਂ ਆਪਾਂ ਬ੍ਰੈਡ ਨੂੰ ਨਮੀ ਵਾਲੀ ਥਾਂ 'ਤੇ ਖੁੱਲ੍ਹੇ ਦੇ ਵਿੱਚ ਛੱਡ ਦਿੰਦੇ ਹਨ ਤਾਂ ਹੌਲੀ ਹੌਲੀ ਉਸ ਦੇ ਉੱਪਰ ਰਾਈਜ਼ੋਪਸ ਬਣ ਜਾਂਦੇ ਨੇ, ਇੱਕ ਪ੍ਰਕਾਰ ਦੀ ਉੱਲੀ ਹੈ ਜੋ ਪੈਦਾ ਹੋ ਜਾਂਦੀ ਹੈ। ਉਸ ਦੇ 4 ਭਾਗ ਹੁੰਦੇ ਨੇ ਜੀ, ਹਾਈਫੇ ਯਾਨੀ ਕਿ ਉਸ ਤੋਂ ਬਾਅਦ ਸਟੈਮ, ਸਪੋਰੈਂਜੀਆ, ਬੀਜਾਣੂ। ਇਸ ਤਰ੍ਹਾਂ ਦੋਸਤੋ ਉਸ ਨੂੰ ਜੋ ਉਹ ਪ੍ਰਜਨਨ ਕਿਰਿਆ ਕਰਦੇ ਨੇ ਉਸ ਨੂੰ ਸਪੋਰ ਫੋਰਮੇਸ਼ਨ ਯਾਨੀ ਕਿ ਬੀਜਾਣੂ ਬਣਨਾ ਕਿਹਾ ਜਾਂਦਾ ਹੈ। ਦੋਸਤੋ ਇਸ ਦੇ ਜੋ ਪਾਰਟਸ ਹਨ, ਪਹਿਲਾਂ ਆਪਾਂ ਪਿਕਚਰ ਦੇ ਦੁਆਰਾ ਇਸ ਨੂੰ ਸਮਝਦੇ ਹਾਂ। ਦੋਸਤੋ ਜੋ ਇਹ ਵਾਲਾ ਪਾਰਟ ਹੈ ਇਸ ਨੂੰ ਹਾਈਫੇ ਕਿਹਾ ਜਾਂਦਾ ਹੈ ਜੀ, ਅਤੇ ਜੋ ਉੱਪਰ ਵਾਲਾ ਪਾਰਟ ਹੈ ਜੀ ਗੋਲ, ਇਸ ਨੂੰ ਸਪੋਰੈਂਜੀਆ ਕਿਹਾ ਜਾਂਦਾ ਹੈ। ਇਸ ਦੇ ਵਿੱਚ ਸਪੋਰਸ ਬਣਦੇ ਹਨ ਜੀ, ਯਾਨੀ ਕਿ ਬੀਜਾਣੂ ਬਣਦੇ ਹਨ। ਦੋਸਤੋ ਜਦੋਂ ਵਾਤਾਵਰਨ ਅਨੁਕੂਲ ਹੁੰਦਾ ਹੈ ਆਲੇ ਦੁਆਲੇ ਦਾ, ਤਾਂ ਇਹ ਸਪੋਰੈਂਜੀਆ ਹੈ ਜੋ ਟੁੱਟ ਜਾਂਦਾ ਹੈ ਅਤੇ ਬੀਜਾਣੂ ਇਸ ਦੇ ਵਿੱਚੋਂ ਨਿਕਲ ਕੇ ਨਵੀਂ ਜੋ ਰਾਈਜ਼ੋਪਸ ਹੈ ਉਸ ਦੀ ਸਿਰਜਣਾ ਕਰਦੇ ਹਨ ਜੀ। ਜਦੋਂ ਉਹਨਾਂ ਨੂੰ ਨਵੀਂ ਵਾਲੀ ਸਤਹ ਪ੍ਰਾਪਤ ਹੁੰਦੀ ਹੈ ਤਾਂ ਉਹ ਇੱਕ ਨਵੀਂ ਉੱਲੀ ਹੈ ਜੋ ਉਸ ਦੀ ਸਿਰਜਣਾ ਕਰ ਲੈਂਦੇ ਹਨ। ਦੋਸਤੋ ਜੋ ਇਹ ਵਾਲਾ ਪਾਰਟ ਹੈ ਇਸ ਨੂੰ ਰਾਈਜ਼ੋਆਇਡ ਕਿਹਾ ਜਾਂਦਾ ਹੈ। ਇਹ ਵਾਲੇ ਪਾਰਟ ਨੇ ਇਹਨਾਂ ਨੂੰ ਹਾਈਫੇ ਕਿਹਾ ਜਾਂਦਾ ਹੈ ਜੀ, ਅਤੇ ਜੋ ਇਸ ਦੇ ਵਿੱਚੋਂ ਨਿਕਲਦੇ ਹਨ ਜੀ ਜੋ ਪ੍ਰਜਨਨ ਕਰਦੇ ਹਨ ਉਹਨਾਂ ਨੂੰ ਬੀਜਾਣੂ ਕਿਹਾ ਜਾਂਦਾ ਹੈ, ਅਤੇ ਜੋ ਇਹ ਗੋਲ ਪਾਰਟ ਹਨ ਜੀ ਇਹਨਾਂ ਨੂੰ ਸਪੋਰੈਂਜੀਆ ਕਿਹਾ ਜਾਂਦਾ ਹੈ ਦੋਸਤੋ। ਇਸ ਪ੍ਰਕਾਰ ਆਪਾਂ ਕਹਿ ਸਕਦੇ ਹਾਂ ਜੀ ਇਹਨਾਂ ਦੇ 4 ਪਾਰਟ ਹੁੰਦੇ ਨੇ। ਜਦੋਂ ਬਾਹਰੀ ਵਾਤਾਵਰਨ ਹੈ ਜੋ ਅਨੁਕੂਲ ਹੁੰਦਾ ਹੈ ਤਾਂ ਸਪੋਰੈਂਜੀਆ ਹੈ ਉਸ ਦੇ ਵਿੱਚ ਬੀਜਾਣੂ ਬਾਹਰ ਆ ਜਾਂਦੇ ਨੇ ਅਤੇ ਨਵੀਂ ਵਾਲੀ ਸਤਹ ਦੇ ਸੰਪਰਕ ਵਿੱਚ ਆ ਕੇ ਵਾਧਾ ਕਰਨ ਲੱਗ ਜਾਂਦੇ ਹਨ। ਇਸ ਪ੍ਰਕਾਰ ਦਾ ਜੋ ਪ੍ਰਜਨਨ ਵਿਧੀ ਹੈ ਜੀ, ਇਸ ਨੂੰ ਬੀਜਾਣੂ ਬਣਨਾ ਯਾਨੀ ਕਿ ਸਪੋਰ ਫਾਰਮੇਸ਼ਨ ਕਿਹਾ ਜਾਂਦਾ ਹੈ ਦੋਸਤੋ। ਇਹ ਰਾਈਜ਼ੋਪਸ ਉੱਲੀ ਦੇ ਵਿੱਚ ਪਾਈ ਜਾਂਦੀ ਹੈ। ਇਸ ਦੇ ਨਾਲ ਜੋ ਰਿਲੇਟਡ ਕੁਐਸਚਨਸ ਹਨ ਉਹ ਇਸ ਪ੍ਰਕਾਰ ਨੇ ਜੀ। ਬੀਜਾਣੂ ਪੈਦਾ ਕਰਨ ਵਾਲਾ ਪੌਦਾ ਕਿਹੜਾ ਹੈ? ਬੀਜਾਣੂ ਪੈਦਾ ਕਰਨ ਵਾਲਾ ਪੌਦਾ ਕਿਹੜਾ ਹੈ ਜੀ? ਸਪੋਰ ਫਾਰਮੇਸ਼ਨ ਕਿਸ ਦੇ ਵਿੱਚ ਹੁੰਦੀ ਹੈ? ਇਸ ਦਾ ਰਾਈਟ ਆਂਸਰ ਹੈ ਜੀ ਆਪਸ਼ਨ ਏ ਡਬਲ ਰੋਟੀ ਦੀ ਉੱਲੀ ਯਾਨੀ ਕਿ ਬ੍ਰੈਡ ਮੋਲਡ, ਜਿਸ ਨੂੰ ਰਾਈਜ਼ੋਪਸ ਵੀ ਕਿਹਾ ਜਾਂਦਾ ਹੈ ਦੋਸਤੋ। ਉਸ ਦੇ ਵਿੱਚ ਇਹ ਜੋ ਪ੍ਰਜਨਨ ਵਿਧੀ ਹੈ ਅਪਣਾਈ ਜਾਂਦੀ ਹੈ। ਇਸ ਤਰ੍ਹਾਂ ਆਪਸ਼ਨ ਏ ਕਰੈਕਟ ਹੈ ਦੋਸਤੋ। ਆਪਣਾ ਨੈਕਸਟ ਕੁਐਸਚਨ ਹੈ ਜੀ, ਰਾਈਜ਼ੋਪਸ ਉੱਲੀ ਵਿੱਚ ਬ੍ਰੈਡ ਦੇ ਟੁਕੜੇ ਦੀ ਸਤ੍ਹਾ ਉੱਪਰ ਫੈਲੀਆਂ ਧਾਗੇ ਵਰਗੀਆਂ ਰਚਨਾਵਾਂ ਨੂੰ ਕੀ ਕਿਹਾ ਜਾਂਦਾ ਹੈ? ਰਾਈਜ਼ੋਪਸ ਉੱਲੀ ਵਿੱਚ ਬ੍ਰੈਡ ਦੇ ਟੁਕੜੇ ਦੀ ਸਤ੍ਹਾ ਉੱਪਰ ਫੈਲੀਆਂ ਧਾਗੇ ਵਰਗੀਆਂ ਰਚਨਾਵਾਂ ਨੂੰ ਕੀ ਕਿਹਾ ਜਾਂਦਾ ਹੈ? ਇਸ ਦਾ ਰਾਈਟ ਆਂਸਰ ਹੈ ਦੋਸਤੋ ਹਾਈਫੇ, ਆਪਸ਼ਨ ਸੀ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਦੋਸਤੋ, ਇਹ ਜੋ ਰਚਨਾਵਾਂ ਨੇ ਧਾਗੇ ਵਰਗੀਆਂ ਇਹਨਾਂ ਨੂੰ ਹਾਈਫੇ ਕਿਹਾ ਜਾਂਦਾ ਹੈ ਜੀ। ਇਹ ਰਾਈਜ਼ੋਪਸ ਉੱਲੀ ਦਾ ਇੱਕ ਤਰ੍ਹਾਂ ਦਾ ਪਾਰਟ ਹਨ ਜੀ। ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਦੋਸਤੋ। ਇਸ ਦੇ ਨਾਲ ਹੀ ਵੀਡੀਓ ਸਮਾਪਤ ਹੁੰਦੀ ਹੈ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਥੈਂਕ ਯੂ।